हेलो डियर स्टूडेंट्स। आज असी नैक्सट टॉपिक जोड़ा करन जा रहे हैं वो है इंपल्स। इंपल्स की है इट इज़ डिफाइंड एज द चेंज इन मोमेंटम ऑफ अ बॉडी। इट इज़ इक्वल टू द प्रोडक्ट ऑफ फोर्स एंड टाइम ऑफ इंपैक्ट ऑफ फोर्स। इंपल्स की है चेंज इन मोमेंटम होंदी है किसी बॉडी की उत्ते जो असी फोर्स लगाने तो वो मोमेंटम चेंज होंदी है। तो मैथेमैटिकली एक इक्वल होंदी है फोर्स इंटू टाइम। ਹੁਣ ਇਹਦੇ ਵਿੱਚ ਜਿਹੜੀ ਹੈ ਇੰਪਲਸ ਦਾ ਮਤਲਬ ਹੈ ਕਿ ਇੰਪਲਸ ਕਿਸੇ ਚੀਜ਼ ਦੀ ਇਹ ਕਾਂਸਟੈਂਟ ਰਹਿੰਦੀ ਹੈ। ਇਹਦੇ ਵਿੱਚ ਅਸੀਂ ਦੇਖੀਏ ਕਿ ft ਕਾਂਸਟੈਂਟ ਹੋ ਗਿਆ ਤੇ f ਤੇ ਟਾਈਮ ਜਿਹੜਾ ਦੋਨੋਂ ਇਨਵਰਸਲੀ ਪ੍ਰੋਪੋਰਸ਼ਨਲ ਹੋ ਗਏ। ਫੋਰਸ ਤੇ ਟਾਈਮ ਇਨਵਰਸਲੀ ਪ੍ਰੋਪੋਰਸ਼ਨਲ ਹੋ ਗਏ। ਅਗਰ ਅਸੀਂ ਕਿਸੇ ਤਰ੍ਹਾਂ ਟਾਈਮ ਨੂੰ ਇਨਕਰੀਜ਼ ਕਰ ਦਈਏ ਤੇ ਫੋਰਸ ਦਾ ਇੰਪੈਕਟ ਘਟ ਜਾਂਦਾ ਹੈ। ਫੋਰ ਐਗਜ਼ਾਮਪਲ ਅ ਕ੍ਰਿਕਟਰ ਮੂਵਸ ਹਿਜ਼ ਹੈਂਡਸ ਬੈਕਵਰਡ ਵਾਈਲ ਟੇਕਿੰਗ ਅ ਕੈਚ ਬਿਕੋਜ਼ ਦ ਟਾਈਮ ਫॉर which the momentum of ball changes while taking the catch increases and the impact of force of ball on the hands decreases। ਜਦੋਂ ਵੀ ਕੋਈ ਕ੍ਰਿਕਟਰ ਕੈਚ ਕਰਦਾ ਹੈ ਤੇ ਉਹ ਕੀ ਆ ਕੈਚ ਕਰਨ ਲੱਗੇ ਆਪਣੇ ਹੱਥ ਪਿੱਛੇ ਨੂੰ ਮੂਵ ਕਰਦਾ ਹੈ। ਉਹਦਾ ਕਾਰਨ ਕੀ ਹੈ ਕਿ ਜਿਸ ਟਾਈਮ ਦੇ ਵਿੱਚ ਬਾਲ ਦੀ ਮੋਮੈਂਟਮ ਜਿਹੜੀ ਆ ਮੈਕਸਿਮਮ ਤੋਂ 0 ਹੁੰਦੀ ਆ ਉਸ ਟਾਈਮ ਨੂੰ ਉਹਨੇ ਇਨਕਰੀਜ਼ ਕਰ ਦਿੱਤਾ ਹੱਥ ਨੂੰ ਪਿੱਛੇ ਮੂਵ ਕਰਕੇ, ਜਿਹਦੇ ਨਾਲ ਕੀ ਹੋਇਆ ਇੰਪੈਕਟ ਜਿਹੜਾ ਫੋਰਸ ਦਾ ਵਾ ਉਹ ਡਿਕਰੀਜ਼ ਕਰ ਗਿਆ। ਹੱਥਾਂ 'ਤੇ ਜਿਹੜੀ ਫੋਰਸ ਲੱਗਣੀ ਸੀ ਬਾਲ ਦੀ ਉਹ ਡਿਕਰੀਜ਼ ਹੋ ਗਈ ਅਤੇ ਜਿਹਦੇ ਕਰਕੇ ਕੀ ਹੈ ਬਾਲ ਨੂੰ ਜਿਹੜਾ ਕੈਚ ਕਰਨਾ ਈਜ਼ੀ ਹੋ ਗਿਆ। ਸੈਕਿੰਡ ਐਗਜ਼ਾਮਪਲ ਹੈ ਚਾਈਨਾ ਵੇਅਰਸ ਆਰ ਰੈਪਡ ਇਨ ਸਟਰੋ ਔਰ ਪੇਪਰ ਬਿਕੋਜ਼ ਇਫ ਦ ਬਾਕਸ ਫਾਲਸ ਦ ਟਾਈਮ ਇਨ ਵਿਚ ਦ ਮੋਮੈਂਟਮ ਆਫ ਚਾਈਨਾ ਵੇਅਰਸ ਚੇਂਜਿਸ increases and the impact of force decreases which protect them from breaking। ਚੀਨੀ ਦੇ ਭਾਂਡੇ ਜਿਹੜੇ ਜਦੋਂ ਅਸੀਂ ਲਿਆਉਂਦੇ ਆ ਉਹ ਤੂੜੀ ਦੇ ਵਿੱਚ ਜਾਂ ਕਾਗਜ਼ ਦੇ ਵਿੱਚ ਲਪੇਟੇ ਹੁੰਦੇ ਆ। ਉਹਦਾ ਕਾਰਨ ਕੀ ਹੈ ਕਿ ਅਗਰ ਬਾਕਸ ਡਿੱਗ ਜੇ ਤੇ ਜਿਹੜੀ ਅੰਦਰ ਭਾਂਡੇ ਉਹਨਾਂ ਦੀ ਮੋਮੈਂਟਮ ਚੇਂਜ ਹੋਏਗੀ। ਜਦੋਂ ਟਕਰਾਏਗਾ ਬਾਕਸ ਜ਼ਮੀਨ 'ਤੇ ਤਾਂ ਉਹਦਾ ਟਾਈਮ ਪੀਰੀਅਡ ਇਨਕਰੀਜ਼ ਕਰ ਗਿਆ ਲਪੇਟਣ ਨਾਲ। ਤੂੜੀ ਜਿਹੜੀ ਉਹਨੇ ਇਕੱਠੀ ਹੋਣਾ ਜਦੋਂ ਉਹਨੇ, ਜਿਹਦੇ ਕਰਕੇ ਟਾਈਮ ਵੱਧ ਗਿਆ। ਟਾਈਮ ਦੇ ਵਧਣ ਨਾਲ ਫੋਰਸ ਦਾ ਇੰਪੈਕਟ ਘਟ ਗਿਆ ਅਤੇ ਜਿਹੜੇ ਉਹ ਭਾਂਡੇ ਜਿਹੜੇ ਟੁੱਟਣੋਂ ਬਚ ਗਏ। ਨੈਕਸਟ ਚੈਪਟਰ ਜਿਹੜਾ ਅਸੀਂ ਅੱਜ ਕਰਾਂਗੇ, ਨੈਕਸਟ ਚੈਪਟਰ ਆ ਨਵਾਂ ਚੈਪਟਰ ਸਟਾਰਟ ਕਰਨਾ ਅਸੀਂ, ਉਹ ਆ ਫ੍ਰਿਕਸ਼ਨ। ਸਭ ਤੋਂ ਪਹਿਲਾਂ ਫ੍ਰਿਕਸ਼ਨ ਕੀ ਹੈ? ਫ੍ਰਿਕਸ਼ਨ ਇਜ਼ ਐਨ ਅਪੋਜ਼ਿੰਗ ਫੋਰਸ ਵਿਚ ਕਮਜ਼ ਇਨ ਟੂ ਪਲੇ ਵੈਨ ਅ ਬਾਡੀ ਮੂਵਸ ਔਰ ਟੈਂਡਸ ਟੂ ਮੂਵ ਓਵਰ ਦਾ ਸਰਫੇਸ ਆਫ ਅਨਦਰ ਬਾਡੀ। ਜਦੋਂ ਅਸੀਂ ਕਿਸੇ ਆਬਜੈਕਟ ਨੂੰ ਕਿਸੇ ਸਰਫੇਸ 'ਤੇ ਮੂਵ ਕਰਦੇ ਹਾਂ ਜਾਂ ਮੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਹ ਆਬਜੈਕਟ ਜਿਹੜਾ ਹੈ ਉਹਦੇ ਦੋਨੋਂ ਸਰਫੇਸਿਸ ਵਿੱਚ ਉਸ ਆਬਜੈਕਟ ਦਾ ਸਰਫੇਸ ਅਤੇ ਜਿਹੜਾ ਫਲੋਰ ਦਾ ਸਰਫੇਸ ਹੈ ਦੋਨਾਂ ਵਿੱਚ ਇੱਕ ਅਪੋਜ਼ਿੰਗ ਫੋਰਸ ਪੈਦਾ ਹੋਈ। ਜਿਸ ਤਰ੍ਹਾਂ ਹੀ ਕਿਸੇ ਆਬਜੈਕਟ ਨੂੰ ਅਸੀਂ ਰੇੜਦੇ ਹਾਂ, ਬਾਲ ਨੂੰ ਅਸੀਂ ਰੇੜਿਆ ਥੋੜ੍ਹੀ ਦੂਰ ਜਾ ਕੇ ਰੁਕ ਜਾਂਦੀ ਹੈ। ਉਹਦਾ ਕਾਰਨ ਕੀ ਹੈ ਕਿ ਬਾਲ ਦੇ ਵਿੱਚ ਅਤੇ ਗਰਾਊਂਡ ਵਿੱਚ ਇੱਕ ਅਪੋਜ਼ਿੰਗ ਫੋਰਸ ਪੈਦਾ ਹੋਈ ਜਿਹਨੂੰ ਅਸੀਂ ਬੋਲਦੇ ਹਾਂ ਫ੍ਰਿਕਸ਼ਨ। ਫ੍ਰਿਕਸ਼ਨ ਇਜ਼ ਕਾਲਡ ਸੈਲਫ ਐਡਜਸਟਿੰਗ ਫੋਰਸ ਬਿਕੋਜ਼ so long as there is no relative motion between the two bodies, force of friction become equal to applied force। if we increase one force other force also increases। ਹੁਣ force of friction ਜਿਹੜੀ ਆ ਉਹਨੂੰ ਅਸੀਂ self adjusting force ਕਹਿੰਦੇ ਆ। ਫੋਰ ਐਗਜ਼ਾਮਪਲ ਸਪੋਜ਼ ਕਰੋ ਕਿ ਇੱਕ ਟੇਬਲ ਆ, ਉਹਨੂੰ ਅਸੀਂ ਪੁਸ਼ ਕਰਨਾ ਹੈ। ਅਸੀਂ ਪਹਿਲਾਂ ਫੋਰਸ 0 ਰੱਖਾਂਗੇ ਅਤੇ ਟੇਬਲ ਮੂਵ ਨਹੀਂ ਕਰ ਰਿਹਾ, ਫਿਰ ਅਸੀਂ ਹੌਲੀ ਹੌਲੀ ਫੋਰਸ ਜਿਹੜੀ ਆ ਅਪਲਾਈਡ ਫੋਰਸ ਨੂੰ ਵਧਾਉਂਦੇ ਹਾਂ, ਲੇਕਿਨ ਟੇਬਲ ਫਿਰ ਵੀ ਮੂਵ ਨਹੀਂ ਕਰ ਰਿਹਾ। ਇਹਦਾ ਮਤਲਬ ਕੀ ਹੈ ਕਿ ਜਿਉਂ-ਜਿਉਂ ਅਸੀਂ ਫੋਰਸ ਵਧਾਈ ਟੇਬਲ ਦੇ ਵਿੱਚ ਅਤੇ ਗਰਾਊਂਡ ਦੇ ਵਿੱਚ ਜਿਹੜੀ ਅਪੋਜ਼ਿੰਗ ਫੋਰਸ ਆ ਫ੍ਰਿਕਸ਼ਨ ਉਹ ਵੀ ਇਨਕਰੀਜ਼ ਕਰਦੀ ਜਾ ਰਹੀ ਹੈ। ਇੱਕ ਟਾਈਮ ਇਹੋ ਜਿਹਾ ਆਏਗਾ ਜਦੋਂ ਟੇਬਲ ਜਿਹੜਾ ਸਲਾਈਡ ਕਰਨਾ ਸ਼ੁਰੂ ਕਰੇਗਾ, ਲੇਕਿਨ ਜਦੋਂ ਤੱਕ ਉਹ ਸਲਾਈਡ ਨਹੀਂ ਕਰਦਾ ਉਦੋਂ ਤੱਕ ਅਪਲਾਈਡ ਫੋਰਸ ਅਤੇ ਫੋਰਸ ਆਫ ਫ੍ਰਿਕਸ਼ਨ ਜਿਹੜੀ ਹੈ ਆਪਣੇ ਆਪ ਜਿਹੜੀਆਂ ਦੋਨੋਂ ਇਕੁਅਲ ਹੋਈ ਜਾਂਦੀਆਂ ਵਾ। ਇੱਕ ਨੂੰ ਵਧਾਵਾਂਗੇ ਦੂਸਰੀ ਵੀ ਵੱਧ ਜਾਂਦੀ ਹੈ। ਇਹਦਾ ਮਤਲਬ ਕੀ ਹੈ ਕਿ ਫ੍ਰਿਕਸ਼ਨ ਕੀ ਹੈ? ਇਟ ਇਜ਼ ਏ ਸੈਲਫ ਐਡਜਸਟਿੰਗ ਫੋਰਸ। ਨੈਕਸਟ ਇਜ਼ ਸਟੈਟਿਕ ਫ੍ਰਿਕਸ਼ਨ। ਸਟੈਟਿਕ ਮੀਨਸ ਐਟ ਰੈਸਟ। ਅਗਰ ਆਬਜੈਕਟ ਮੂਵ ਨਹੀਂ ਕਰ ਰਿਹਾ, ਆਬਜੈਕਟ ਦੇ ਮੂਵ ਕਰਨ ਤੋਂ ਪਹਿਲਾਂ ਜਿਹੜੀ ਫ੍ਰਿਕਸ਼ਨ ਹੈ ਉਹਨੂੰ ਅਸੀਂ ਸਟੈਟਿਕ ਫ੍ਰਿਕਸ਼ਨ ਕਹਿੰਦੇ ਹਾਂ। ਇਟ ਇਜ਼ ਐਨ ਅਪੋਜ਼ਿੰਗ ਫੋਰਸ ਵਿਚ ਕਮਜ਼ ਇਨ ਟੂ ਪਲੇ ਬਿਟਵੀਨ ਦ ਟੂ ਸਰਫੇਸਿਸ ਇਨ ਕੰਟੈਕਟ ਬਿਫੋਰ ਦ ਬਾਡੀ ਐਕਚੁਅਲੀ ਸਟਾਰਟ ਮੂਵਿੰਗ। ਠੀਕ ਹੈ, ਬਾਡੀ ਦੇ ਮੂਵ ਕਰਨ ਤੋਂ ਪਹਿਲਾਂ ਜਿਹੜੀ ਫ੍ਰਿਕਸ਼ਨ ਆ ਉਹਨੂੰ ਅਸੀਂ ਬੋਲਦੇ ਹਾਂ ਸਟੈਟਿਕ ਫ੍ਰਿਕਸ਼ਨ। ਉਸ ਤੋਂ ਬਾਅਦ ਆ ਗਿਆ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ। ਹੁਣ ਸਟੈਟਿਕ ਫ੍ਰਿਕਸ਼ਨ ਜਿਹੜੇ ਦੇਖੋ ਅਪਲਾਈਡ ਫੋਰਸ ਅਸੀਂ ਵਧਾਈ ਜਾਈਏ ਜਿਸ ਤਰ੍ਹਾਂ ਅਸੀਂ ਡਿਸਕਸ ਕੀਤਾ ਅਤੇ ਫੋਰਸ ਆਫ ਫ੍ਰਿਕਸ਼ਨ ਵੀ ਵੱਧਦੀ ਹੈ, ਲੇਕਿਨ ਇੱਕ ਲਿਮਿਟ ਦੇ ਬਾਅਦ ਜਿਹੜੀ ਬਾਡੀ ਮੂਵ ਕਰਨਾ ਸ਼ੁਰੂ ਹੋ ਜਾਂਦੀ ਹੈ। ਇਹਦਾ ਮਤਲਬ ਉਸ ਮੈਕਸੀਮਮ ਲਿਮਿਟ ਤੱਕ ਅਸੀਂ ਪਹੁੰਚ ਗਏ,
ਉਸ ਮੈਕਸਿਮਮ ਫੋਰਸ ਨੂੰ ਅਸੀਂ ਬੋਲਦੇ ਹਾਂ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ। ਇਟ ਇਜ਼ ਦਾ ਮੈਕਸਿਮਮ ਵੈਲਿਊ ਆਫ ਫੋਰਸ ਆਫ ਸਟੈਟਿਕ ਫ੍ਰਿਕਸ਼ਨ आफ्टर विच द बॉडी जस्ट टेंड्स टू मूव और जस्ट बिगिनस टू मूव। ठीक है, जो बॉडी जस्ट मूव करना शुरू करती है उदों असी बोलते हैं कि ये लिमिटिंग स्टैटिक फ्रिक्शन में असी अचीव कर लिया। नैक्सट आ जाती है डायनमिक फ्रिक्शन या काइनेटिक फ्रिक्शन कहने हैं। इट इज़ द फोर्स ऑफ फ्रिक्शन बिटवीन द टू सरफेसिज इन कॉन्टैक्ट वैन वन बॉडी इज स्लाइडिंग ओवर द सरफेस ऑफ अनदर बॉडी। जो बॉडी मूव करन डै पई मोशन में आ गई, डायनेमिक मीनस इन मोशन, काइनेटिक मीनस इन मोशन। ठीक है, पहला असी पढ़िया कि बॉडी रेस्ट ते सी उदों स्टैटिक फ्रिक्शन सी, फिर वो मैक्सिमम वैल्यू आ गई लिमिटिंग स्टैटिक फ्रिक्शन आ गई, फिर एक उस लिमिट के बाद बॉडी मूव करना शुरू हो गई। जो मूव कर रही है उदों भी फ्रिक्शन हैगी है, लेकिन वो वैल्यू जी पहला ना घट गई है, उस फ्रिक्शन को असी बोलते हैं डायनमिक और काइनेटिक फ्रिक्शन। ठीक है, ये बारे असी कल होर डिटेल डिस्कस करांगे। टेक केयर, बाय।